ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਟੀਵੀ 84 ਦੇ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਮੇਰੇ ਨਾਲ ਸੁਖਵਿੰਦਰ ਸਿੰਘ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਇਸ ਵਕਤ ਜੁੜੇ ਹੋਏ ਆ। ਪੰਜਾਬ ਦੇ ਵਿੱਚ ਜਿਹੜੀ ਇਸ ਵਕਤ ਕਿਸਾਨੀ ਸੰਘਰਸ਼ ਦੇ ਨਾਲ ਸੰਬੰਧਿਤ ਇੱਕ ਅਹਿਮ ਖਬਰ ਸਾਡੇ ਸਾਹਮਣੇ ਆਈ ਹੈ ਕਿ 3 ਦਿਨਾਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਜਿਹੜਾ ਚੰਡੀਗੜ੍ਹ ਦੇ ਵਿੱਚ ਧਰਨਾ ਲਾਇਆ ਸੀ ਉਹ ਉਹਨਾਂ ਨੇ ਚੁੱਕ ਲਿਆ। ਉਹਨਾਂ ਦੀ ਮੁਲਾਕਾਤ ਪੰਜਾਬ ਦੇ ਖੇਤੀਬਾੜੀ ਮੰਤਰੀ ਤੇ ਰਾਜਪਾਲ ਦੇ ਨਾਲ ਹੋਈ ਹੈ ਤੇ ਆਉਂਦੇ ਮਹੀਨੇ ਦੀ 19 ਤਰੀਕ ਨੂੰ ਉਹਨਾਂ ਨੂੰ ਇਹ ਭਰੋਸਾ ਮਿਲਿਆ ਹੈ ਕਿ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਣੀ ਹੈ। ਸੋ ਕਿਸਾਨਾਂ ਦੀਆਂ ਮੰਗਾਂ ਬਾਰੇ ਕੀ ਮੰਗਾਂ ਦੇ ਵਿੱਚ ਕੋਈ ਤਬਦੀਲੀ ਆਈ ਹੈ? ਅੱਜ ਤੋਂ 2 ਸਾਲ ਪਹਿਲਾਂ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ 2021 ਦੇ ਵਿੱਚ ਖੇਤੀ ਕਾਨੂੰਨ ਨੇ ਜਿਹੜੇ ਉਹ ਵਾਪਸ ਲੈ ਲਏ ਸੀ, ਪਰ ਉਹਨਾਂ ਦੀ ਗਾਹਾਂ ਜਿਹੜੀ ਹੋਰ ਮੰਗਾਂ ਸੀ ਕਿਸਾਨਾਂ ਦੀਆਂ, MSP ਦੇ ਰਿਗਾਰਡਿੰਗ ਹੋਵੇ, ਕੇਸ ਜਿਹੜੇ ਕਿਸਾਨਾਂ ਦੇ ਉੱਤੇ ਬਣੇ ਸੀ ਉਸ ਸਮੇਂ ਦੇ ਦੌਰਾਨ ਸੰਘਰਸ਼ ਦੇ ਦੌਰਾਨ ਉਹ ਵਾਪਸ ਲੈਣ ਦੀ ਗੱਲ ਹੋਵੇ, ਜਾਂ ਜਦੋਂ ਅਸੀਂ ਲਖੀਮਪੁਰ ਖੀਰੀ ਦਾ ਮਾਮਲਾ ਦੇਖਦੇ ਹਾਂ, ਓਵਰਆਲ ਹੋਰ ਵੀ ਮੰਗਾਂ ਕਾਫੀ ਇਸ ਵਕਤ ਕਿਸਾਨਾਂ ਨੇ ਹੋਰ ਵੀ ਨਾਲ ਕੁਝ ਐਡ ਆਨ ਕੀਤੀਆਂ ਨੇ। ਸੋ ਗੱਲ ਕਿਤੇ ਕੋਈ ਤਬਦੀਲੀ ਜਾਂ ਕੋਈ ਗੱਲ ਅੱਗੇ ਵੱਧਦੀ ਨਹੀਂ ਨਜ਼ਰ ਆਈ, ਜਿਸ ਨੂੰ ਮੁੱਖ ਰੱਖਦਿਆਂ ਹੋਇਆ ਕਿਸਾਨ ਜਥੇਬੰਦੀਆਂ ਨੇ ਇਹ ਜਿਹੜਾ ਧਰਨਾ ਸੀ ਇੱਕ ਇਸ ਰੂਪ ਦੇ ਵਿੱਚ ਕਿ ਉਹਨਾਂ ਨੇ ਸ਼ੋਅ ਆਫ ਸਟਰੈਂਥ ਜਿਹੜੀ ਹੈ ਉਹ ਦਿਖਾਉਣੀ ਆ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਹਰਿਆਣੇ ਵਾਲੀ ਸਾਈਡ ਤੋਂ ਤੇ ਬਾਕੀ ਸੂਬਿਆਂ ਦੇ ਵਿੱਚ ਵੀ, ਦਿੱਲੀ ਦੇ ਈਵਨ ਜੰਤਰ ਮੰਤਰ ਤੇ ਜਦੋਂ ਅਸੀਂ ਦੇਖਦੇ ਹਾਂ ਤੇ ਮਜ਼ਦੂਰ ਜਥੇਬੰਦੀਆਂ ਨੇ ਵੀ ਕਿਸਾਨਾਂ ਦੀ ਕਾਲ ਦਾ ਸਾਥ ਦਿੱਤਾ ਤੇ ਉਹਨਾਂ ਨੇ ਵੀ ਜਿਹੜਾ ਜੰਤਰ ਮੰਤਰ ਤੇ ਧਰਨਾ ਲਾਇਆ ਸੀ। ਸੋ ਓਵਰਆਲ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ ਤੇ ਕਿਉਂ ਅੱਜ ਜਿਹੜਾ ਸੀ, ਜਦ ਕਿ ਇਹ ਲੱਗ ਰਿਹਾ ਸੀ ਕਿ ਹੋ ਸਕਦਾ ਕਿਸਾਨਾਂ ਦਾ ਜਿਹੜਾ ਇਹ ਸੰਘਰਸ਼ ਹੈ ਇਹ ਲੰਬਾ ਚੱਲੇ ਤੇ ਇਹ ਵੀ ਹੋ ਸਕਦਾ ਕਿ ਉਹ ਪੰਜਾਬ ਸਰਕਾਰ ਦੇ ਨਾਲ ਡੀਲ ਕਰਨ ਦੀ ਥਾਂ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਡੀਲ ਕਰਨ। ਸੋ ਉਹਨਾਂ ਕਿਆਸ ਰਾਈਆਂ ਨੂੰ ਵੀ ਦਰਕਿਨਾਰ ਕਰਦਿਆਂ ਅੱਜ ਜਿਹੜਾ ਇਹ ਧਰਨਾ ਸੀ 3 ਦਿਨਾਂ ਤੋਂ ਬਾਅਦ ਉਹ ਚੁੱਕ ਲਿਆ ਗਿਆ, ਜਿਵੇਂ ਕਿ ਪਹਿਲਾਂ ਅਨਾਉਂਸ ਕੀਤਾ ਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ। ਦੂਜੀ ਅਹਿਮ ਖਬਰ ਦੇ ਉੱਤੇ ਚਰਚਾ ਕਰਾਂਗੇ ਕਿ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਗਵਾਈ ਦੇ ਹੇਠ ਇੱਕ ਵਫਦ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਜਾ ਕੇ ਮਿਲਿਆ, ਜਿਹਦੇ ਤੋਂ ਬਾਅਦ ਇਸ ਮੀਟਿੰਗ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਹੋਰਾਂ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਤੇ ਉਹਨਾਂ ਨੇ ਸਿੱਧੀ ਇਹ ਗੱਲ ਆਖੀ ਹੈ ਕਿ ਮੇਰੀ ਜਿਹੜੀ ਰਹਿਮ ਦੀ ਅਪੀਲ ਤੁਸੀਂ ਪਾਈ ਸੀ ਰਾਸ਼ਟਰਪਤੀ ਦੇ ਕੋਲ, ਉਸ ਨੂੰ ਤੁਸੀਂ ਵਾਪਸ ਲੈ ਲਓ ਤੇ ਮੈਂ ਤਿਆਰ ਹਾਂ ਫਾਂਸੀ ਦੇ ਉੱਤੇ ਚੜ੍ਹਨ ਦੇ ਲਈ। ਇਸ ਚਿੱਠੀ ਦੇ ਵਿੱਚ ਉਹਨਾਂ ਦੀ ਨਾਰਾਜ਼ਗੀ ਵੀ ਝਲਕਦੀ ਹੈ SGPC ਤੋਂ, ਅਕਾਲੀ ਦਲ ਤੋਂ, ਕਿ ਕਿਉਂ ਉਹਨਾਂ ਦਾ ਜਿਹੜਾ ਕੇਸ ਸੀ ਉਹ ਕਿਸੇ ਦਣ ਪੱਤਣ ਕਿਉਂ ਨਹੀਂ ਲੱਗ ਰਿਹਾ, ਕਿਉਂ 10-12 ਸਾਲਾਂ ਤੋਂ ਉਹਨਾਂ ਨੂੰ ਲਟਕਾਇਆ ਹੋਇਆ, ਨਾ ਹੀ ਫਾਂਸੀ ਦਿੱਤੀ ਜਾ ਰਹੀ ਹੈ ਤੇ ਨਾ ਹੀ ਜਿਹੜੀ ਉਹਨਾਂ ਦੀ ਅਰਜ਼ੀ ਸੀ ਰਾਸ਼ਟਰਪਤੀ ਕੋਲ ਉਹਦਾ ਕੋਈ ਉਹਨਾਂ ਨੇ ਹਜੇ ਤੱਕ ਹੱਲ ਕੱਢਿਆ ਆ। ਸੋ ਇਸ ਸਾਰੀ ਸਥਿਤੀ ਨੇ ਅਕਾਲੀ ਦਲ ਨੂੰ, SGPC ਨੂੰ ਵੀ ਇੱਕ ਕਸੂਤੀ ਜਿਹੀ ਸਥਿਤੀ ਦੇ ਵਿੱਚ ਫਸਾ ਦਿੱਤਾ ਆ, ਜਿੱਥੇ ਉਹਨਾਂ ਨੂੰ ਇਸ ਵਕਤ ਰਾਹ ਨਹੀਂ ਲੱਭਦਾ ਨਜ਼ਰ ਆ ਰਿਹਾ। ਤੇ ਬਲਵੰਤ ਸਿੰਘ ਰਾਜੋਆਣਾ ਨੇ ਸਿੱਧੀ ਇਹ ਗੱਲ ਕਹੀ ਹੈ ਕਿ ਜੇ 4 ਤਰੀਕ ਤੱਕ, 4 ਦਸੰਬਰ ਤੱਕ ਕੋਈ ਹੱਲ ਨਹੀਂ ਨਿਕਲਿਆ ਤੇ ਮੈਂ 5 ਦਸੰਬਰ ਤੋਂ ਭੁੱਖ ਹੜਤਾਲ ਤੇ ਬੈਠ ਜਾਣਾ ਇਸੇ ਜੇਲ੍ਹ ਦੇ ਵਿੱਚ ਇੱਥੇ ਬੈਠਿਆ। ਸੋ ਇਹ ਸਾਰੀ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਜਿਹੜੀ ਰਾਜਪਾਲ ਤੇ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਹੋਈ ਹੈ ਜਿਹਦੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਧਰਨਾ ਚੁੱਕ ਲਿਆ ਆ। ਥੋੜੀ ਜਿਹੀ ਡਿਟੇਲ ਦੇ ਵਿੱਚ ਜਾਈਏ ਵੀ ਕੀ ਕਿਵੇਂ ਦੇਖਿਆ ਜਾਵੇ ਕਿ ਮਹਿਜ਼ ਕਿ ਮੁੱਖ ਮੰਤਰੀ ਨਾਲ ਆਉਂਦੀ 19 ਤਰੀਕ ਨੂੰ ਮੀਟਿੰਗ ਹੋਣੀ ਹੈ, ਇਸ ਗੱਲ ਦਾ ਭਰੋਸਾ ਲੈ ਕੇ ਕਿਸਾਨ ਜਥੇਬੰਦੀਆਂ ਵਾਪਸ ਆ ਗਈਆਂ ਨੇ ਤੇ ਜਿਹੜੀਆਂ ਮੰਗਾਂ ਸੀ ਉਹ ਸੰਘਰਸ਼ ਦੇ ਦੌਰਾਨ ਜਦੋਂ ਸਾਲ ਤੋਂ ਵਧੇਰੇ ਸਮਾਂ ਅਸੀਂ ਉੱਥੇ ਬੈਠੇ ਹਾਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ, ਤੇ ਮੰਗਾਂ ਬਿੱਲ ਵਾਪਸ ਲੈਣ ਤੋਂ ਬਾਅਦ ਵੀ ਮੰਗਾਂ ਜੋ ਦੀਆਂ ਤਿਉਂ ਖਲੋਤੀਆਂ ਨਜ਼ਰ ਆਉਂਦੀਆਂ ਨੇ। ਗੁਰਵੀਰ ਸਿੰਘ ਜੀ, ਬਿਲਕੁਲ ਤੁਸੀਂ ਗੱਲ ਸਹੀ ਕੀਤੀ ਹੈ ਕਿ ਜਿਹੜਾ ਇਹ ਧਰਨਾ ਸੀ, ਇਹ ਜਿਹੜਾ ਇੱਕ ਵਾਰ ਫੇਰ ਤੋਂ ਇਹ ਗੱਲ ਲੱਗ ਰਹੀ ਸੀ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਜਾਂ ਆਮ ਸ਼ਹਿਰੀ ਨੇ ਪੰਜਾਬ ਦੇ ਜਾਂ ਹਰਿਆਣੇ ਦੇ, ਉਹ ਚੰਡੀਗੜ੍ਹ ਦੀਆਂ ਜਿਹੜੀਆਂ ਹੱਦਾਂ ਨੇ
ਭਾਵੇਂ ਉਹ ਹਰਿਆਣੇ ਵਾਲੇ ਪਾਸੇ ਹੋਣ, ਭਾਵੇਂ ਪੰਜਾਬ ਵਾਲੇ ਪਾਸੇ ਹੋਣ, ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਤੇ ਆਸ ਲਾਈ ਜਾ ਰਹੀ ਸੀ ਕਿ ਇਹ ਧਰਨਾ ਲੰਮਾ ਚੱਲ ਸਕਦਾ ਹੈ, ਕਿ ਇਸ ਧਰਨੇ ਨੂੰ ਦਰਅਸਲ ਜਿਹੜਾ ਕਿਸਾਨ ਸੰਘਰਸ਼ ਅੱਜ ਤੋਂ 2 ਸਾਲ ਪਹਿਲਾਂ ਦਿੱਲੀ ਦੀਆਂ ਹੱਦਾਂ ਤੇ ਜਿਵੇਂ ਕਲਮੀਨੇਟ ਹੋਇਆ ਸੀ, ਉਹ ਉਸ ਦੀ ਲਗਾਤਾਰਤਾ ਵਜੋਂ ਹੀ ਦੇਖਿਆ ਜਾ ਰਿਹਾ ਸੀ। ਕਿਉਂਕਿ ਜਿਹੜਾ ਇਹ ਧਰਨਾ ਆ, ਇਹਦੀਆਂ ਜਿਹੜੀਆਂ ਮੰਗਾਂ ਨੇ, ਜੇ ਅਸੀਂ ਉਹਨਾਂ ਮੰਗਾਂ ਤੇ ਧਿਆਨ ਦੇਈਏ ਤਾਂ ਮੈਂ ਜ਼ਰੂਰ ਪੜ੍ਹਨੀਆਂ ਚਾਹੁੰਦਾ ਕਿ ਜਿਹੜੀਆਂ ਮੰਗਾਂ ਪ੍ਰਮੁੱਖ ਤੌਰ ਜੀ ਤੇ ਇਹਦੇ ਵਿੱਚ ਸ਼ਾਮਲ ਸੀ ਕਿ ਜਿਹੜਾ ਰਾਜਪਾਲ ਨੂੰ ਮਿਲੇ ਆ, ਪੰਜਾਬ ਸਰਕਾਰ ਨੂੰ ਜਿਹੜਾ ਮਿਲੇ ਆ, ਉਹਦੀਆਂ ਮੰਗਾਂ ਅਲੱਗ ਨੇ ਕਿਸਾਨ ਜਥੇਬੰਦੀਆਂ ਦੀਆਂ। ਜਿਹੜੇ ਰਾਜਪਾਲ ਨੂੰ ਮਿਲੇ ਆ, ਉਹਦੀਆਂ ਮੰਗਾਂ ਨੇ ਜਿਹੜੀਆਂ ਕਿ ਸਾਰੀਆਂ ਫਸਲਾਂ ਦੀ ਕੇਂਦਰ ਜਿਹੜੀ ਕੋਲੋਂ ਕੀਤੀਆਂ ਨੇ। ਹਾਂਜੀ, ਸਾਰੀਆਂ ਫਸਲਾਂ ਦੀ MSP ਤੇ ਖਰੀਦ ਦੀ ਗਾਰੰਟੀ ਕੀਤੀ ਜਾਵੇ। ਸਵਾਮੀਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਲਾਗੂ ਕਰਨ ਦੀ ਗੱਲ ਕੀਤੀ ਗਈ ਆ ਕਿ ਉਹਦੇ ਫਾਰਮੂਲੇ ਨਾਲ ਫਸਲਾਂ ਦੇ ਭਾਅ ਤੈਅ ਕੀਤੇ ਜਾਣ। ਸਰਕਾਰਾਂ ਦੀਆਂ ਜਿਹੜੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਜਿਹੜਾ ਆ, ਉਹ ਰੱਦ ਕੀਤਾ ਜਾਵੇ। ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਆ, ਜਿਹੜਾ ਲਖੀਮਪੁਰ ਦਾ ਦੋਸ਼ੀ ਹੈਗਾ ਆ, ਤੇ ਉਸ ਨੂੰ ਉਹਦੇ ਤੋਂ ਬਰਖਾਸਤ ਕਰਕੇ ਸਜ਼ਾ ਦਿੱਤੀ ਜਾਵੇ। ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਤੇ ਬਣਾਏ ਸਾਰੇ ਕੇਸ ਰੱਦ ਕੀਤੇ ਜਾਣ। ਬਿਜਲੀ ਸੋਧ ਬਿੱਲ, ਜਿਹਦੇ ਖਿਲਾਫ ਕਿਸਾਨ ਸੰਘਰਸ਼ ਦਾ ਵੀ ਇੱਕ ਮਸਲਾ ਸੀ, ਉਹ ਬਿਜਲੀ ਸੋਧ ਬਿੱਲ ਜਿਹੜਾ ਆ ਵੀ ਜੀ ਉਹ ਜਿਹੜਾ ਆ ਲਾਗੂ ਕਰਨਾ ਬੰਦ ਕੀਤਾ ਜਾਵੇ। 60 ਸਾਲ ਤੋਂ ਵੱਧ ਉਮਰ ਦੇ ਸਾਰੇ ਕਿਸਾਨਾਂ ਨੂੰ ਇਹ ਪੈਨਸ਼ਨਾਂ ਦਾ, ਬਾਕੀ ਕੁਛ 3-4 ਹੋਰ ਮੰਗਾਂ ਨੇ। ਪਰ ਜਿਹੜੀਆਂ ਇਹ ਉੱਪਰਲੀਆਂ ਅਹਿਮ ਮੰਗਾਂ ਨੇ, ਉਹ ਸਾਰੀਆਂ ਮੰਗਾਂ ਵੱਲ ਜੇ ਤੁਸੀਂ ਧਿਆਨ ਦਿਓ ਤਾਂ ਇਹ ਲੜਾਈ ਲਗਭਗ ਉਹੀ ਆ ਜੋ ਦਿੱਲੀ ਦੇ ਵਿੱਚ ਕਿਸਾਨ ਲੜ ਰਹੇ ਸੀ 2 ਸਾਲ ਪਹਿਲਾਂ ਵੀ। ਉਹ ਸੰਘਰਸ਼ ਜਿਹੜਾ ਆ, ਜਦੋਂ 2 ਸਾਲ ਪਹਿਲਾਂ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਅਸੀਂ 3 ਕਾਲੇ ਕਾਨੂੰਨ ਵਾਪਸ ਲੈ ਲਏ, ਤਾਂ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਡੀ ਜਿੱਤ ਹੋਈ ਆ ਤੇ ਉੱਥੋਂ ਸੰਘਰਸ਼ ਚੁੱਕਿਆ ਗਿਆ। ਹਾਲਾਂਕਿ ਇੱਕ ਇਹ ਵੀ ਉਦੋਂ ਗੱਲ ਆ ਰਹੀ ਸੀ ਕਿ ਇਹ ਕੋਈ ਜਿੱਤ, ਪੂਰੀ ਜਿੱਤ ਨਹੀਂ ਆ, ਇੱਥੇ ਜਿਹੜਾ ਸੰਘਰਸ਼ ਆ ਉਹਨੂੰ ਕੰਟੀਨਿਊ ਕਰਨਾ ਚਾਹੀਦਾ। ਤੇ ਪਰ ਕਿਸਾਨ ਜਥੇਬੰਦੀਆਂ ਨੇ ਉਸ ਨੂੰ ਆਪਣੀ ਜਿੱਤ ਦੱਸ ਕੇ ਤੇ ਵਾਪਸ ਆ ਗਏ। ਪਰ ਅੱਜ ਹੁਣ 2 ਸਾਲ ਬਾਅਦ ਫਿਰ ਹੁਣ ਤੁਸੀਂ ਦੇਖੋ, ਉੱਥੇ ਤਾਂ ਮੋਦੀ ਨੂੰ ਘੇਰੀ ਬੈਠੇ ਸੀ, ਕੇਂਦਰ ਸਰਕਾਰ ਨੂੰ ਉਸਦੇ ਦਰਾਂ ਤੇ ਘੇਰੀ ਬੈਠੇ ਸੀ। ਪਰ ਅੱਜ ਹੁਣ ਪੰਜਾਬ ਦੇ ਵਿੱਚ ਜਿਹੜਾ ਰਾਜਪਾਲ, ਇੱਕ ਸਿਰਫ ਅਸੀਂ ਕਹਿ ਸਕਦੇ ਹਾਂ ਕਿ ਇੱਕ ਡਮੀ ਸਿੰਬਲ ਆ ਇੰਡੀਅਨ ਗਵਰਨਮੈਂਟ ਦਾ, ਕਿ ਉਹਦੇ ਤੱਕ ਅਪਰੋਚ ਕਰਨ ਲਈ ਵੀ 3 ਦਿਨ ਉੱਥੇ ਸੜਕਾਂ ਤੇ ਬੈਠੇ ਕਿਸਾਨ। ਫਿਰ 3 ਦਿਨਾਂ ਤੋਂ ਬਾਅਦ ਜਿਹੜਾ ਧਰਨਾ ਚੁੱਕਿਆ ਗਿਆ, ਉਹ ਕਿਸੇ ਕੋਈ ਲਿਖਤੀ ਭਰੋਸੇ ਤੇ ਨਹੀਂ, ਉਹ ਮਹਿਜ਼ ਕਿ ਜੀ ਰਾਜਪਾਲ ਨੇ ਸਾਨੂੰ ਕਹਿ ਦਿੱਤਾ, ਕਿ ਕਹੀ ਸੁਣੀ ਜਿਹੜੀ ਗੱਲ ਆ, ਕਿ ਉਸ ਦੇ ਉੱਤੇ ਕੁਝ ਸ਼ਬਦਾਂ ਦੇ ਉੱਤੇ ਜਿਹੜਾ ਆ ਉਹ ਭਰੋਸਾ ਲੈ ਕੇ, ਤੇ ਨਾਲ ਦੂਜਾ ਕਿ ਜਿਹੜੀਆਂ ਪੰਜਾਬ ਸਰਕਾਰ ਨਾਲ ਮੰਗਾਂ ਸੀ ਕਿ ਮੁੱਖ ਮੰਤਰੀ ਤੱਕ ਵੀ ਨਹੀਂ ਮਿਲਿਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ, ਤੇ ਉਹ ਵੀ 19 ਦਸੰਬਰ ਦਾ ਸਮਾਂ ਦੇ ਦਿੱਤਾ ਜੀ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਕਰਨ ਦਾ। ਤੇ ਉਸ ਕਹੀ ਸੁਣੀ ਗੱਲ ਤੇ ਭਰੋਸਾ ਕਰਕੇ ਜਿਹੜੇ ਕਿਸਾਨ ਨੇ ਉਹ ਵਾਪਸ ਘਰਾਂ ਨੂੰ ਤੋਰ ਦਿੱਤੇ ਗਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ। ਪਰ ਇੱਥੇ ਗੱਲ ਜਿਹੜੀ ਸਮਝਣ ਵਾਲੀ ਆ ਪੰਜਾਬ ਦੇ ਲੋਕਾਂ ਲਈ, ਉਹ ਇਹ ਬੜੀ ਜ਼ਰੂਰੀ ਆ ਕਿ ਜਿਹੜਾ ਕਿਸਾਨ ਪਿਛਲੇ, ਅਸੀਂ ਜਦੋਂ ਤੋਂ ਭਾਰਤ ਆਜ਼ਾਦ ਹੋਇਆ ਇਸ ਰੂਪ ਦੇ ਵਿੱਚ 1947 ਤੋਂ ਬਾਅਦ, ਤੇ ਜਿਹੜਾ ਇਹ ਨਵਾਂ ਭਾਰਤੀ ਰਾਜ ਪ੍ਰਬੰਧ ਉਸਰਿਆ, ਉਹਦੇ ਵਿੱਚ ਜਿਹੜੀ ਕਿਸਾਨ ਜਥੇਬੰਦੀਆਂ ਦੀ ਸਾਰੀ ਐਕਟਿਵਿਜ਼ਮ ਆ ਪੰਜਾਬ ਦੇ ਵਿੱਚ, ਉਹਦੇ ਵਿੱਚ ਜੇ ਅਸੀਂ ਕਿਸਾਨ ਸੰਘਰਸ਼ ਜਿਹੜਾ 2 ਸਾਲ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਲੜਿਆ ਗਿਆ, ਉਸ ਨੂੰ ਬਾਹਰ ਕੱਢ ਦਈਏ, ਤਾਂ ਜੋ ਇਸ ਵਾਰ ਕੀਤਾ ਕਿ 3 ਦਿਨਾਂ ਤੋਂ ਬਾਅਦ ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਰਹੇ ਸੀ, ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਘਰਾਂ ਨੂੰ ਚੱਲੋ, ਕਿ ਇਸੇ ਤਰ੍ਹਾਂ ਦੇ ਭਰੋਸਿਆਂ ਦੇ ਉੱਤੇ ਸਾਰੀ ਜਿਹੜੀ ਕਿਸਾਨ ਐਜੀਟੇਸ਼ਨ ਉਸ 2 ਸਾਲ ਪਹਿਲਾਂ ਸੰਘਰਸ਼ ਨੂੰ ਛੱਡ ਕੇ ਬਾਕੀ ਸਾਰੀ ਕਿਸਾਨ ਐਜੀਟੇਸ਼ਨ ਦੀ ਹਿਸਟਰੀ ਉਹ ਇਸੇ ਤਰ੍ਹਾਂ ਦੀ ਰਹੀ ਆ, ਇਹੀ ਹੁੰਦਾ ਰਿਹਾ। ਤੇ ਉਦੋਂ ਵੀ ਦੀਪ ਜਦੋਂ ਆਇਆ ਸੀ ਦੇ ਵਿੱਚ ਕਿਸਾਨ ਸੰਘਰਸ਼ ਦੇ ਵਿੱਚ, ਤਾਂ ਦੀਪ ਕੀ ਗੱਲ ਕਹਿ ਰਿਹਾ ਸੀ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਆ, ਇਹ ਏਦਾਂ ਦੇ ਜਿਹੜੇ ਵਾਅਦੇ ਸੁਣ ਕੇ, ਭਰੋਸੇ ਸੁਣ ਕੇ ਜਿਹੜੇ ਆ, ਉਹ ਸੰਘਰਸ਼ ਜਿਹੜੇ ਆ ਉਹ ਖਤਮ ਕਰ ਦਿੰਦੇ ਆ। ਤੇ ਇਸ ਵਾਰ ਸਾਡੀ ਲੜਾਈ ਇਹ ਹੋਂਦ ਦੀ ਲੜਾਈ ਆ, ਤੇ ਸਾਨੂੰ ਆਰ-ਪਾਰ ਦੀ ਲੜਾਈ ਲੜਨੀ ਪੈਣੀ। ਜਿੱਥੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਮੱਸਿਆ ਹੋਈ ਤੇ ਉਹਨਾਂ ਨੇ ਦੀਪ ਨੂੰ ਆਈਸੋਲੇਟ ਕਰਨ ਦੀ ਬੇਅੰਤ ਕੋਸ਼ਿਸ਼ ਕੀਤੀ ਮੋਰਚੇ ਚੋਂ, ਤੇ ਕਿਸਾਨ ਜਥੇਬੰਦੀਆਂ ਦੇ ਆਗੂ ਕਦੇ ਨਹੀਂ ਸੀ ਚਾਹੁੰਦੇ ਦਿੱਲੀ ਜਾਣਾ ਸੰਘਰਸ਼ ਨੂੰ ਲੈ ਕੇ, ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਉਸ ਸੰਘਰਸ਼ ਨੂੰ ਵੀ, ਜਿਵੇਂ ਇਹਨੂੰ ਕਲਮੀਨੇਟ ਕੀਤਾ 3 ਦਿਨਾਂ ਤੋਂ ਬਾਅਦ ਇਸ ਮੋਰਚੇ ਨੂੰ, ਉਵੇਂ ਹੀ ਉਸ ਮੋਰਚਾ ਵੀ ਕਲਮੀਨੇਟ ਹੋਣਾ ਸੀ। ਪਰ ਉਸ ਥਾਂ ਤੇ ਸਾਰੀ ਕਿਸਾਨ ਐਜੀਟੇਸ਼ਨ ਜਿਹੜੀ ਅੱਜ ਤੱਕ ਦੀ ਲੜੀ ਗਈ ਆ, ਤੇ ਜੋ ਆ ਵੀ ਜਿਹੜਾ 3 ਦਿਨਾਂ ਦਾ ਮੋਰਚਾ ਹੋਇਆ, ਇਹਦੇ ਵਿੱਚ ਐਬਸੈਂਸ ਜੇ ਕਿਸੇ ਦੀ ਹੈ ਤਾਂ ਉਹ ਸਿਰਫ ਇੱਕ ਕਰੈਕਟਰ ਦੀ ਆ, ਉਹ ਦੀਪ ਸਿੱਧੂ ਦੀ। ਤੇ ਇੱਥੋਂ ਦੀਪ ਸਿੱਧੂ ਦੀ ਅਹਿਮੀਅਤ ਦਾ ਪਤਾ ਲੱਗਦਾ ਕਿ
ਉਸ ਕਿਸਾਨ ਸੰਘਰਸ਼ ਦੇ ਵਿੱਚ ਜਿਹੜੀ ਕਿ ਹੋਂਦ ਦੀ ਲੜਾਈ ਸੀ, ਜਿਹੜੀ ਜ਼ਮੀਨਾਂ ਨੂੰ ਬਚਾਉਣ ਦੀ ਲੜਾਈ ਸੀ ਉਹ, ਤੇ ਉਸ ਲੜਾਈ ਦੇ ਵਿੱਚ ਜਿਹੜਾ ਦੀਪ ਸਿੱਧੂ ਨੇ ਤੇ ਸ਼ੰਭੂ ਮੋਰਚੇ ਨੇ ਜਿਹੜਾ ਰੋਲ ਪਲੇ ਕੀਤਾ, ਜਿਹਦੇ ਚੱਲਦਿਆਂ ਉਹ ਪਹਿਰੇਦਾਰੀ ਹੋਈ ਸਾਰੇ ਕਿਸਾਨ ਸੰਘਰਸ਼ ਦੀ, ਤੇ ਉਹ ਕਿਸਾਨ ਸੰਘਰਸ਼ ਕਿਸੇ ਨਾ ਕਿਸੇ ਜਿਹੜਾ ਆਪਣੇ ਮੁਕਾਮ ਤੱਕ ਪਹੁੰਚਿਆ। ਪਰ ਉੱਥੇ ਵੀ ਕਿਸਾਨ ਜਥੇਬੰਦੀਆਂ ਦੇ ਇਹਨਾਂ ਆਗੂਆਂ ਨੇ, ਦੀਪ ਕੀ ਗੱਲ ਕਹਿੰਦਾ ਸੀ? ਦੀਪ ਕਹਿੰਦਾ ਸੀ ਕਿ ਜਿਹੜੀ ਇਹ ਲੜਾਈ ਆ, ਜਿਹੜੇ ਸਾਡੀਆਂ ਸਮੱਸਿਆਵਾਂ ਨੇ ਕਿਸਾਨੀ ਦੀਆਂ, ਇਹ ਸਮੱਸਿਆਵਾਂ ਇਹ 3 ਕਾਨੂੰਨ ਨਹੀਂ ਆ। ਇਹਨਾਂ ਸਮੱਸਿਆਵਾਂ ਦੀ ਜੜ ਖੁਦ ਮੁਖਤਿਆਰੀ ਦਾ ਪ੍ਰਬੰਧ ਆ, ਕਿ ਜਦੋਂ ਤੱਕ ਸੂਬਿਆਂ ਦੇ ਕੋਲ ਖੁਦ ਮੁਖਤਿਆਰੀ ਨਹੀਂ ਆਉਂਦੀ, ਕਿਉਂਕਿ ਹਰ ਸੂਬੇ ਦੀ ਖੇਤੀ ਵੱਖਰੀ ਆ, ਹਰ ਸੂਬੇ ਦੀ ਖੇਤੀ ਨੀਤੀ ਵੱਖਰੀ ਹੋਣੀ ਚਾਹੀਦੀ ਆ, ਪਰ ਜਿਹੜੀ ਜਦੋਂ ਤੱਕ ਦਿੱਲੀ ਦੀ ਕੇਂਦਰ ਸਰਕਾਰ ਨੀਤੀ ਬਣਾਉਂਦੀ ਆ, ਉਹਦੀ ਨੀਤੀ ਕਿਸਾਨ ਪੱਖੀ ਨਹੀਂ ਆ, ਉਹਦੀ ਨੀਤੀ ਕਾਰਪੋਰੇਟ ਪੱਖੀ ਆ, ਕਿਉਂਕਿ ਉਹ ਉਹਨਾਂ ਕਾਰਪੋਰੇਟਾਂ ਤੋਂ ਆਪਣੀ ਸਿਆਸੀ ਮਫਾਦ ਜਿਹੜੇ ਆ ਪੂਰੇ ਕਰਦੀ ਆ। ਤੇ ਦੂਜੇ ਬੰਨੇ ਜਿਹੜੀਆਂ ਸੂਬਿਆਂ ਦੇ ਵਿੱਚ ਵਸਦੀਆਂ ਘੱਟ ਗਿਣਤੀ ਕੌਮਾਂ ਨੇ, ਜਿਹੜੀਆਂ ਕਿ ਮੁੱਖ ਤੌਰ ਤੇ ਖੇਤੀ ਨਾਲ ਜੁੜੀਆਂ, ਉਹਨਾਂ ਦਾ ਜਿਹੜਾ ਖੇਤੀ ਦਾ ਕਿੱਤਾ ਆ, ਖੋਣ ਦੇ ਲਈ ਵੀ ਜਿਹੜੀ ਇਹ ਨੀਤੀ ਆ ਇਹ ਲਾਗੂ ਕੀਤੀ ਜਾਂਦੀ ਆ। ਤਾਂ ਦੀਪ ਕਹਿੰਦਾ ਸੀ ਕਿ ਜਿਹੜੀ ਲੜਾਈ ਦਾ ਧੁਰਾ ਇਹ ਹੋਣਾ ਚਾਹੀਦਾ, ਕਿ ਕਿਉਂਕਿ ਲੋਕਾਂ ਨੇ ਬਾਰ-ਬਾਰ ਤਾਂ ਸੜਕਾਂ ਤੇ ਆਉਣਾ ਨਹੀਂ ਹੁੰਦਾ, ਕਿ ਉਹ ਮੂਵਮੈਂਟ ਏਡੀ ਵੱਡੀ ਬਣ ਰਹੀ ਸੀ ਕਿ ਸਾਨੂੰ ਨਿਸ਼ਾਨਾ ਸਹੀ ਤੈਅ ਕਰਨਾ ਚਾਹੀਦਾ, ਕਿ ਜਿਹੜੀ ਲੜਾਈ ਆ ਉਹ ਸਾਡੇ ਅਧਿਕਾਰਾਂ ਦੀ ਹੋਣੀ ਚਾਹੀਦੀ, ਕਿ ਜਿਹੜੇ ਖੇਤੀ ਦੇ ਅਧਿਕਾਰ ਨੇ, ਭਾਵੇਂ ਵਪਾਰ ਦੇ ਹੋਣ, ਭਾਵੇਂ ਮੁੱਲ ਤੈਅ ਕਰਨ ਦੇ ਹੋਣ, ਸਾਰੀ ਨੀਤੀ ਬਣਾਉਣ ਦੇ ਹੋਣ, ਉਹ ਖੁਦ ਮੁਖਤਿਆਰ ਅਧਿਕਾਰ ਸੂਬਿਆਂ ਕੋਲ ਹੋਣੇ ਚਾਹੀਦੇ। ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਰਾ ਮਤਲਬ ਉਹੀ ਜਿਹੜੀ ਗੱਲ ਆ, ਜਿਵੇਂ ਭਾਰਤ ਦਾ ਜਿਹੜਾ ਸਾਰਾ ਉਦੋਂ ਪਹਿਲਾਂ ਸਟਾਰਟਿੰਗ ਵਿੱਚ ਸਰਕਾਰੀ ਤਾਂਤਰ ਸੀ, ਉਹਨਾਂ ਜੀ ਇਹ ਸੈਪਰੇਟਿਜ਼ਮ ਦੀ ਮੂਵਮੈਂਟ, ਇਹ ਖਾਲਿਸਤਾਨੀ ਨੇ ਜਾਂ ਇਹ ਵੱਖਵਾਦ ਦੀ ਮੂਵਮੈਂਟ ਆ, ਉਵੇਂ ਉਹਨੂੰ ਪੇਸ਼ ਕਰਕੇ ਤੇ ਮੈਜੋਰਿਟੀ ਨੂੰ ਉਸ ਮੂਵਮੈਂਟ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ। ਉਹੀ ਰੋਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਨਿਭਾਇਆ, ਖਾਸ ਤੌਰ ਤੇ ਜਿਹੜੀਆਂ ਲੈਫਟ ਓਰੀਐਂਟਡ ਜਥੇਬੰਦੀਆਂ ਸੀ। ਜਦ ਕਿ ਦੀਪ ਦੀ ਜਿਹੜੀ ਉਦੋਂ ਤੱਕ ਲਾਈਨ ਸੀ, ਉਹ ਦੀਪ ਸਪਸ਼ਟ ਸੀ ਵੀ ਠੀਕ ਆ, ਜਿਹੜੀ ਘੱਟੋ ਘੱਟ ਤੁਸੀਂ ਇੱਥੋਂ ਤੱਕ ਤਾਂ ਗੱਲ ਕਰੋ, ਸੋਵਰੈਨਿਟੀ ਦੀ ਗੱਲ ਸਿੱਖਾਂ ਦੀ ਐਸਪੀਰੇਸ਼ਨ ਆ ਵੀ ਸਾਡੇ ਨਾਲ ਸਾਡਾ ਜੈਨੋਸਾਈਡ ਹੋਇਆ, ਸਾਡਾ ਕਤਲੇਆਮ ਹੋਇਆ, ਤੇ ਦਿੱਲੀ ਦੇ ਖਿਲਾਫ ਉਹਨਾਂ ਦੇ ਅੰਦਰ ਇੱਕ ਗੁੱਸਾ ਆ ਜਿਹਦੇ ਵਿੱਚ ਆਪਣੀ ਸੋਵਰੈਨਿਟੀ ਚਾਹੁੰਦੇ ਆ। ਪਰ ਘੱਟੋ ਘੱਟ ਇਸ ਗੱਲ ਦੇ ਉੱਤੇ ਸਾਰੀਆਂ ਧਿਰਾਂ ਇਕੱਠੀਆਂ ਹੋਣ ਕਿ ਭਾਰਤ ਦੇ ਵਿੱਚ ਜਿਹੜਾ ਕੇਂਦਰੀ ਇਹ ਸੱਤਾ ਆ, ਉਹਦੇ ਕੋਲ ਜਿਹੜੀ ਸਭ ਤੋਂ ਅਟਮੋਸਟ ਪਾਵਰ ਆ, ਜਿਹੜੀ ਉਹ ਨਹੀਂ ਹੋਣੀ ਚਾਹੀਦੀ ਆ, ਖੁਦ ਮੁਖਤਿਆਰ ਜਿਹੜੇ ਹੱਕ ਆ ਉਹ ਸੂਬਿਆਂ ਕੋਲ ਹੋਣੇ ਚਾਹੀਦੇ ਆ। ਪਰ ਕਿਸਾਨ ਜਥੇਬੰਦੀਆਂ ਨੇ ਪੈਰ ਨਹੀਂ ਲੱਗਣ ਦਿੱਤੇ ਤੇ ਵਿਰੋਧ ਕੀਤਾ, ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਅੱਜ ਉਹਨਾਂ ਹੀ ਮੰਗਾਂ ਨੂੰ ਲੈ ਕੇ ਹੁਣ ਕਿਉਂ ਚੰਡੀਗੜ੍ਹ ਰਾਜਪਾਲ ਦੇ ਦਰਵਾਜ਼ੇ ਖੜਕਾਉਂਦੇ ਫਿਰਦੇ ਆ, ਕਿਉਂਕਿ ਇਹ ਸਮੱਸਿਆ ਉਦੋਂ ਤੱਕ ਹੱਲ ਨਹੀਂ ਹੋਣੀ ਕਿਸਾਨੀ ਦੀ ਜਿਹੜੀ ਨੀਤੀ ਆ ਭਾਰਤ ਸਰਕਾਰ ਦੀ, ਉਹ ਲਗਾਤਾਰ ਇਹ ਆ ਕਿ ਜਿਹੜੇ ਕਿਸਾਨ ਨੇ ਉਹ ਕਿਸਾਨੀ ਛੱਡਣ, ਛੋਟੇ ਕਿਸਾਨ ਕਿਸਾਨੀ ਛੱਡ ਕੇ ਤੇ ਹੋਰ ਜਿਹੜੀਆਂ ਲੇਬਰ ਜੋਬਸ ਨੇ ਉਹਨਾਂ ਵੱਲ ਹੋਣ, ਜਾਂ ਫਿਰ ਪੰਜਾਬ ਦੇ ਵਿੱਚ ਜਿੱਥੇ ਉਹ ਚਾਹੁੰਦੇ ਆ ਇੱਕ ਪਾਰਟਿਕੂਲਰ ਜਿਹੜੀ ਨੈਸ਼ਨੈਲਿਟੀ ਆ, ਸਿੱਖ ਕੌਮ ਆ, ਉਹਨੂੰ ਜ਼ਮੀਨ ਦੀ ਮਾਲਕੀ ਤੋਂ ਬਾਹਰ ਕਰਕੇ ਉਹਨੂੰ ਘਸਿਆਰੇ ਬਣਾਉਣਾ ਉਹਨਾਂ ਦੀ ਨੀਤੀ ਆ। ਉਹ ਸਾਰਾ ਕੁਝ ਤਾਂ ਹੀ ਲਾਗੂ ਹੋਣਾ ਜੇ ਜਿਹੜੀ ਪਾਵਰ ਸਾਰੀ ਆ ਡਿਸੀਜਨ ਮੇਕਿੰਗ ਦੀ ਉਹ ਸੈਂਟਰ ਕੋਲ ਰਹਿੰਦੀ ਆ। ਤਾਂ ਹੁਣ ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੀ ਇਹ ਜੋ ਇਹਨਾਂ ਨੇ ਕੀਤਾ, ਇਹ ਨਹੀਂ ਕਿ ਇਸ ਬਾਰੇ ਹੋਇਆ, ਇਹ ਜਦੋਂ ਤੱਕ ਜਿਹੜੀ ਇਹ ਐਜੀਟੇਸ਼ਨ ਪੰਜਾਬ ਦੀ ਕਿਸਾਨੀ ਦੀ ਆ, ਉਹ ਇਹਨਾਂ ਲੋਕਾਂ ਦੇ ਹੱਥ 'ਚ ਰਹਿਣੀ ਆ ਜਿਨ੍ਹਾਂ ਦੇ ਹੱਥ 'ਚ ਪਿਛਲੇ ਦਹਾਕਿਆਂ ਤੋਂ ਹੈ, ਤਾਂ ਉਦੋਂ ਤੱਕ ਇਹੀ ਸਿੱਟੇ ਨਿਕਲਦੇ ਰਹਿਣੇ ਆ ਜੋ ਆ ਹੁਣ ਨਿਕਲਿਆ 3 ਦਿਨਾਂ ਦੀ ਐਜੀਟੇਸ਼ਨ ਤੋਂ ਬਾਅਦ। ਕਿ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਪੈਣਾ ਕਿ ਦੀਪ ਦੀ ਇੰਪੋਰਟੈਂਸ ਕੀ ਸੀ, ਜਿਹੜੀ ਗੱਲ ਦੀਪ ਕਹਿ ਰਿਹਾ ਸੀ ਕਿ ਹੋਂਦ ਦੀ ਲੜਾਈ ਆ ਉਹ, ਤੇ ਦੂਜੀ ਗੱਲ ਕਿ ਜਦੋਂ ਹੁਣ ਗੱਲ ਹੁੰਦੀ ਹੈ ਕਿ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਆ, ਕਿ ਇਹ ਦੇਸ਼ ਪੱਧਰ ਤੇ ਸਾਰੇ ਕਿਸਾਨਾਂ ਦੀ ਗੱਲ, ਤਾਂ ਜਿਹੜਾ ਖੁਦ ਮੁਖਤਿਆਰੀ ਜਿਹੜਾ ਨੈਰੇਟਿਵ ਆ, ਜਿੱਥੇ ਗੱਲ ਆ ਕਿ ਸੂਬਿਆਂ ਕੋਲ ਵੱਧ ਅਧਿਕਾਰ ਹੋਣ, ਉਸ ਗੱਲ ਨਾਲ, ਉਸ ਡਿਸਕੋਰਸ ਨਾਲ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਕੀ ਸਮੱਸਿਆ ਹੋ ਸਕਦੀ ਹੈ? ਉਹਦੇ ਨਾਲ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ। ਹਰ ਇੱਕ ਸੂਬੇ ਦੇ ਕਿਸਾਨ ਨੂੰ ਗੱਲ ਤਾਂ ਇਹ ਹੈ ਕਿ ਅਧਿਕਾਰ ਹੋਣਾ ਚਾਹੀਦਾ ਕਿ ਉਹ ਆਪਣੀ ਜਿਹੜੀ ਨੀਤੀ ਆ ਉਸ ਸੂਬੇ ਦੇ ਇੱਕ ਜਿਹੜਾ ਗਵਰਨੈਂਸ ਦਾ ਸਿਸਟਮ ਆ ਉਹ ਸੈਂਟਰ ਦਾ ਨਾ ਹੋ ਕੇ ਲੋਕਲਾਈਜ਼ਡ ਹੋਵੇ, ਤੇ ਉਹ ਲੋਕ ਤੈਅ ਕਰਨ ਕਿ ਉਹਨਾਂ ਨੇ ਜੋ ਮਿਹਨਤ ਕੀਤੀ ਹੈ ਖੇਤਾਂ ਦੇ ਵਿੱਚ, ਉਪਜ ਪੈਦਾ ਕੀਤੀ ਹੈ, ਉਹਦਾ ਵੱਧ ਉਹ ਫਾਇਦਾ ਕਿਵੇਂ ਮੁਨਾਫਾ ਲੈ ਸਕਦੇ ਆ। ਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਨੇ, ਉਹ ਉਸੇ ਲਾਈਨ ਨੂੰ ਅਡੋਪਟ ਕਰਦੀਆਂ ਜਿਹਨੂੰ ਸੈਂਟਰ ਗਵਰਨਮੈਂਟ ਅਡੋਪਟ ਕਰਦੀ ਆ। ਤੇ ਫਿਰ ਉਹ ਸਿਰਫ ਇਹ ਸਾਰੀ ਗੱਲ ਦੇ ਵਿੱਚ ਹੋ ਕੀ ਰਿਹਾ, ਕਿਸਾਨ ਜਥੇਬੰਦੀਆਂ ਲੈਫਟ ਦੀ ਪੰਜਾਬ ਦੇ ਵਿੱਚ ਕੋਈ ਹੋਰ ਸਿਆਸਤ ਬਚੀ ਨਹੀਂ, ਸਿਰਫ ਕਿਸਾਨ ਜਥੇਬੰਦੀਆਂ ਦੇ ਰੂਪ 'ਚ। ਤਾਂ ਉਸੇ ਰੂਪ ਦੇ ਵਿੱਚ ਉਹ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਕਿ ਉਹ ਇੱਕ ਸ਼ਕਤੀ ਪ੍ਰਦਰਸ਼ਨ ਇਸ ਤਰ੍ਹਾਂ ਦਾ ਕਰਦੇ ਆ, ਫਿਰ ਸਰਕਾਰ ਦੇ ਨਾਲ, ਜਿਵੇਂ ਕਿਸਾਨਾਂ ਨੂੰ ਵੀ ਪਤਾ ਕਿ ਕਿਵੇਂ ਅੰਦਰ ਗੱਲਬਾਤ ਹੁੰਦੀ ਆ, ਤੇ ਫਿਰ ਘਰਾਂ ਨੂੰ ਮੁੜ ਜਾਂਦੇ ਆ ਕਿਸਾਨ ਚੁੱਲ੍ਹੇ ਇਕੱਠੇ ਕਰਕੇ ਆਪਣੇ ਸੜਕਾਂ ਤੋਂ।
ਤਾਂ ਜੀ। ਕਿਸਾਨੀ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਲਗਾਤਾਰ ਖੁਦਕੁਸ਼ੀਆਂ ਜਾਰੀ ਹੈ ਪੰਜਾਬ ਦੇ ਵਿੱਚ, ਕਿਸਾਨੀ ਸਿਰ ਕਰਜ਼ਾ ਹੋਰ ਵੱਧ ਰਿਹਾ ਆ। ਕਿਸਾਨੀ ਜਿਹੜੀ ਆ ਲਗਾਤਾਰ, ਭਾਵੇਂ ਉਹ ਪਰਾਲੀ ਦੇ ਨਾਂ, ਧੂਏ ਦੇ ਨਾਂ ਤੇ ਹੋਵੇ, ਹਰ ਤਰ੍ਹਾਂ ਬਦਨਾਮ ਕੀਤੀ ਜਾ ਰਹੀ ਆ। ਕਿਸਾਨੀ ਚੋਂ ਲੋਕਾਂ ਨੂੰ ਜਿਹੜਾ ਆ ਉਹ ਲਗਾਤਾਰ ਬਾਹਰ ਕੱਢਿਆ ਜਾ ਰਿਹਾ। ਖੇਤਾਂ ਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ। ਮਾਲਕੀ ਜਿਹੜੀ ਆ ਹੌਲੀ-ਹੌਲੀ ਸਿੱਧੇ ਤਰੀਕੇ ਦੇ ਨਾਲ ਕਾਰਪੋਰੇਟ ਘਰਾਣਿਆਂ ਦੇ ਹੱਥ ਦਿੱਤੀ ਜਾ ਰਹੀ ਆ, ਤੇ ਕਿਸਾਨ ਜਥੇਬੰਦੀਆਂ ਮਹਿਜ਼ ਆਪਣੀ ਜਿਹੜੀ ਹੋਂਦ ਆ ਉਹ ਬਚਾਉਣ ਦੇ ਲਈ, ਆਪਣੀ ਸਿਆਸੀ ਹੋਂਦ ਬਚਾਉਣ ਦੇ ਲਈ ਆਪਣੀ ਇਹ ਸਾਰਾ ਕੁਛ ਖੇਡ ਰਹੀਆਂ ਨੇ ਸਿਆਸਤ। ਇਹਦੇ ਚੋਂ ਨਿਕਲਣਾ ਕਿਸਾਨੀ ਲਈ ਕੁਛ ਨਹੀਂ। ਨਹੀਂ, ਬਿਲਕੁਲ ਇੱਕ ਗੱਲ ਇੱਥੇ ਜ਼ਰੂਰ ਦੇਖਣ ਵਾਲੀ ਹੈ, ਜਿਵੇਂ ਤੁਸੀਂ ਮੰਗਾਂ ਵੀ ਜਿਹੜੀਆਂ ਪੜ੍ਹੀਆਂ ਨੇ, ਇਹ ਨੁਕਤਾ ਬਹੁਤ ਅਹਿਮ ਆ ਕਿ 2 ਸਾਲਾਂ ਦੇ ਵਿੱਚ, 3 ਸਾਲਾਂ ਦੇ ਵਿੱਚ ਸਰਕਾਰ ਦੀ ਗੱਲ ਮੰਨ ਕੇ ਕਿਸਾਨ ਜਦੋਂ ਵਾਪਸ ਆ ਗਏ ਆ, ਜਥੇਬੰਦੀਆਂ ਵਾਪਸ ਆ ਗਈਆਂ ਨੇ, ਤੇ ਅੱਜ ਵੀ ਜਿਹੜੀ ਸਿਚੁਏਸ਼ਨ ਹੈ ਕਿਸਾਨੀ ਦੀ ਉਹ ਨਹੀਂ ਬਦਲੀ। ਅੱਜ ਵੀ ਖੁਦਕੁਸ਼ੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ ਉਹ ਨਿਰੰਤਰ ਜਾਰੀ ਨੇ। ਅੱਜ ਵੀ ਮਤਲਬ ਕਿਸਾਨ ਜਥੇਬੰਦੀਆਂ ਤੇ ਕਿਸਾਨ ਇਹੀ ਮੰਗ ਕਰ ਰਹੇ ਆ ਕਿ ਜੀ ਸਾਡਾ ਜਿਹੜਾ ਕਰਜ਼ਾ ਆ ਉਹ ਮਾਫ਼ ਕਰ ਦਿੱਤਾ ਜਾਵੇ। ਕਾਰਪੋਰੇਟ ਸੈਕਟਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਜੀ ਸਰਕਾਰ ਉਹਨਾਂ ਦਾ ਕਰਜ਼ਾ ਜ਼ਰੂਰ ਮਾਫ਼ ਕਰਦੀ ਹੈ, ਪਰ ਕਿਸਾਨਾਂ ਦਾ ਕਰਜ਼ਾ, ਜਿਹੜਾ ਕਿ ਪੰਜਾਬ ਦੇ ਕਿਸਾਨਾਂ ਦਾ 1/4 ਹਿੱਸਾ ਵੀ ਨਹੀਂ ਬਣਦਾ, ਜਿੰਨਾ ਕਾਰਪੋਰੇਟ ਘਰਾਣਿਆਂ ਦਾ ਮਾਫ਼ ਕੀਤਾ ਆ ਮੋਦੀ ਸਰਕਾਰ ਨੇ ਕਰਜ਼ਾ, ਉਹ ਕਿਉਂ ਨਹੀਂ ਮਾਫ਼ ਕੀਤਾ ਜਾ ਰਿਹਾ? ਇਹ ਸਵਾਲ ਵੀ ਚੁੱਕ ਰਹੇ ਆ ਤੇ ਮੰਗ ਵੀ ਕਰ ਰਹੇ ਆ ਕਿਸਾਨ। ਤੇ ਸਿਚੁਏਸ਼ਨ ਦਾ ਨਾ ਬਦਲਣਾ ਇਹ ਗੱਲ ਦਰਸਾਉਂਦਾ ਆ ਕਿ ਇਸ ਵਕਤ ਜਿਹੜਾ ਸੰਘਰਸ਼ ਕਿਸਾਨ ਜਥੇਬੰਦੀਆਂ ਲੀਡ ਕਰ ਰਹੀਆਂ ਨੇ ਜਾਂ ਕਰਨਾ ਚਾਹੁੰਦੀਆਂ ਨੇ, ਉਹ ਇੱਕ ਤੇ ਪਹਿਲਾਂ ਇਹ ਦੇਖਣਾ ਹੋਵੇਗਾ ਕਿ ਮਤਲਬ ਚੰਡੀਗੜ੍ਹ ਜਾ ਕੇ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਵੀ ਤੁਸੀਂ ਪੰਜਾਬ ਦੀ ਸਰਕਾਰ ਦੇ ਨਾਲ ਡੀਲ ਕਰਨੀ ਹੈ, ਮੁੱਖ ਮੰਤਰੀ ਪੰਜਾਬ ਤੋਂ ਟਾਈਮ ਲੈਣਾ ਤੇ ਉਹਨਾਂ ਦੇ ਨਾਲ ਮੀਟਿੰਗ ਕਰਨੀ ਹੈ, ਜਾਂ ਰਾਜਪਾਲ ਰਾਹੀਂ ਮੰਗਾਂ ਭੇਜ ਕੇ ਇਵੈਂਚੁਅਲੀ ਮੂੰਹ ਦਿੱਲੀ ਵੱਲ ਕਰਨਾ, ਤੇ ਜਿਹੜਾ ਹੱਲ ਹੈ ਮਸਲੇ ਦਾ, ਮੰਗਾਂ ਜਿਹੜੀਆਂ ਮਨਵਾਉਣੀਆਂ ਨੇ ਉਹ ਦਿੱਲੀ ਦੀ ਸਰਕਾਰ ਤੋਂ ਮਨਵਾਉਣੀਆਂ ਨੇ। ਪਹਿਲਾਂ ਤੇ ਇਹ ਜਿਹੜੀ ਕਲੈਰਿਟੀ ਹੈ ਇਹ ਹੋਣੀ ਬਣਦੀ ਹੈ। ਫਿਰ ਗੱਲ ਨੰਬਰ 2, ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਤੇ ਇੱਥੇ ਇਹ ਬਹੁਤ ਇੰਪੋਰਟੈਂਟ ਆ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਇਹ ਨਾ ਹੋਵੇ ਕਿ ਇਹ ਗੱਲ, ਇੱਕ ਕ੍ਰੈਡਿਟ ਜ਼ਰੂਰ ਕਿਸਾਨ ਜਥੇਬੰਦੀਆਂ ਨੂੰ ਇਸ ਸਿਚੁਏਸ਼ਨ 'ਚ ਦੇਣਾ ਬਣਦਾ ਕਿ ਉਹਨਾਂ ਨੇ ਇੱਕ ਸ਼ੋਅ ਆਫ ਸਟਰੈਂਥ ਜ਼ਰੂਰ ਦਿਖਾਇਆ, ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਕਿ ਜਿਹੜੀ ਗੱਲ ਪੰਜਾਬ ਸਰਕਾਰ ਦੇ ਵਿੱਚੋਂ ਭਗਵੰਤ ਮਾਨ ਹੋਰਾਂ ਨੇ ਵੀ ਕਹੀ ਜਾਂ ਕੇਂਦਰ ਦੇ ਵਿੱਚੋਂ ਵੀ ਗੱਲ ਆ ਰਹੀ ਸੀ ਕਿ ਕਿਸਾਨ ਜਥੇਬੰਦੀਆਂ ਦੀ ਹੁਣ ਉਹ ਸਟਰੈਂਥ ਨਹੀਂ ਰਹਿ ਗਈ, ਉਹਨਾਂ ਦੇ ਕੋਲ ਉਹ ਕਾਡਰ ਨਹੀਂ ਹੈ, ਤੇ ਦੁਬਾਰਾ ਜੇ ਸਟਰਗਲ ਕਰਨੀ ਪਵੇ ਇਹਨਾਂ ਕੋਲੋਂ ਸਟਰਗਲ ਨਹੀਂ ਹੋਣੀ। ਸੋ ਇਹਨਾਂ 3 ਦਿਨਾਂ ਦੇ ਵਿੱਚ ਇਹ ਤੇ ਧਾਰਨਾ ਕਿਸਾਨ ਜਥੇਬੰਦੀਆਂ ਨੇ ਤੋੜ ਦਿੱਤੀ ਹੈ। ਪਰ ਹੁਣ ਗੱਲ ਇਹ ਦੇਖਣ ਵਾਲੀ ਹੈ ਕਿ ਜੇ ਦਿੱਲੀ ਵੱਲ ਸਿੱਧਾ ਮੂੰਹ ਕੀਤਾ ਜਾਵੇ, ਮੰਗਾਂ ਮਨਾਉਣ ਦੇ ਲਈ ਉਹ ਪ੍ਰੈਸ਼ਰ ਬਣਾਇਆ ਜਾਵੇ, ਤੇ ਮਾਈਂਡਸੈਟ ਉਹ ਤਿਆਰ ਕੀਤਾ ਜਾਵੇ, ਆਪਣਾ ਮਾਈਂਡਸੈਟ ਉਸ ਦੇ ਨਾਲ ਤੁਰਿਆ ਜਾਵੇ ਅੱਗੇ ਕਿ ਹੁਣ ਜਿਹੜੀ ਗੱਲ ਹੈ ਇਹ ਸਿੱਧਮ ਸਿੱਧੀ ਹੋਣੀ ਆ, ਤੇ ਇੱਕ ਵਾਰੀ ਗੱਲ ਆਰ ਜਾਂ ਪਾਰ ਕਰਨੀ ਬਣਦੀ ਹੈ। ਜੇ ਇਹ ਮਾਈਂਡਸੈਟ ਲੈ ਕੇ ਕਿਸਾਨ ਜਥੇਬੰਦੀਆਂ ਤੁਰਨਗੀਆਂ ਤਾਂ ਹੀ ਮਤਲਬ ਉਹਦੇ ਚੋਂ ਕੋਈ ਇਵੈਂਚੁਅਲੀ ਕੁਝ ਕੱਢਿਆ ਜਾ ਸਕਦਾ। ਨਹੀਂ ਗੱਲ ਜਿਵੇਂ ਕੋਈ ਨਾ ਕੋਈ ਰੌਲ ਘਚੋਲ ਕਰਕੇ ਕਿਸਾਨ ਜਥੇਬੰਦੀਆਂ ਨੂੰ ਕਿਸੇ ਨਾ ਕਿਸੇ ਕਿਸਮ ਦਾ ਲੋਲੀਪੌਪ ਦੇ ਕੇ ਕੋਈ ਨਾ ਕੋਈ ਮੀਟਿੰਗ ਕਰਕੇ ਜਿਹੜੀ ਸਰਕਾਰ ਹੈ ਉਹ ਹਮੇਸ਼ਾ ਟਾਲ ਮਟੋਲ ਕਰਦੀ ਰਹੀ ਹੈ। ਆ ਵੀ ਮਤਲਬ ਜਿਹੜਾ 2 ਸਾਲ ਪਹਿਲਾਂ ਖੇਤੀ ਕਾਨੂੰਨ ਵਾਪਸ ਲੈਣ ਦਾ ਅਮਲ ਮੋਦੀ ਸਰਕਾਰ ਨੇ ਕੀਤਾ, ਠੀਕ ਹੈ, ਉਹਦੇ ਤੇ ਅੱਗੇ ਨਹੀਂ ਕੋਈ ਸਟੈਪ ਉਸ ਰੂਪ ਦੇ ਵਿੱਚ ਵਧਾਇਆ। ਪਰ ਜਦੋਂ ਤੁਸੀਂ ਥੋੜਾ ਜਿਹਾ ਡੂੰਘਾਈ ਦੇ ਵਿੱਚ ਜਾ ਕੇ ਦੇਖਦੇ ਹੋ, ਈਵਨ ਕਿਸਾਨ ਜਥੇਬੰਦੀਆਂ ਵੀ ਅੱਜ ਇਹ ਗੱਲ ਕਹਿ ਰਹੀਆਂ ਨੇ ਕਿ ਮੋਦੀ ਸਰਕਾਰ ਵੱਲੋਂ ਉਹੀ ਜਿਹੜੀ ਨੀਤੀ ਹੈ ਉਹਦੇ ਤੇ ਕੰਮ ਕੀਤਾ ਜਾ ਰਿਹਾ ਹੈ, ਕਾਰਪੋਰੇਟ ਘਰਾਣਿਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ, ਜਿਹੜੀ ਮੰਡੀ ਹੈਗੀ ਹੈ ਉਹਨੂੰ ਤੋੜਿਆ ਜਾ ਰਿਹਾ, ਉਹੀ ਸਾਰੀਆਂ ਨੀਤੀਆਂ ਅਪਲਾਈ ਕੀਤੀਆਂ ਜਾ ਰਹੀਆਂ ਨੇ ਹੋਰ ਰੂਪ ਦੇ ਵਿੱਚ, ਸੂਖਮ ਰੂਪ ਦੇ ਵਿੱਚ, ਤੇ ਥੋੜੇ ਛੋਟੇ ਸਟੈਪਸ ਰਾਹੀਂ ਉਹ ਗੱਲ ਜਿਹੜੀ ਆ ਉਹ ਇੰਪਲੀਮੈਂਟ ਕੀਤੀ ਜਾ ਰਹੀ ਹੈ। ਸੋ ਲੈ ਦੇ ਕੇ ਗੱਲ ਉੱਥੇ ਹੀ ਆ ਕੇ ਮੁੱਕ ਜਾਂਦੀ ਹੈ ਵੀ ਗੱਲ ਜਿਉਂ ਦੀ ਤਿਉਂ ਖਲੋਤੀ ਹੈ। ਸੰਘਰਸ਼ ਜੇ ਸਿੱਧੇ ਹੋ ਕੇ ਲੜਿਆ ਜਾਵੇਗਾ ਤਾਂ ਉਹਦੇ ਚੋਂ ਕੁਝ ਕੱਢਿਆ ਜਾ ਸਕਦਾ, ਤਾਂ ਕੁਝ ਪ੍ਰਾਪਤੀ ਕੀਤੀ ਜਾ ਸਕਦੀ ਹੈ, ਨਹੀਂ ਗੱਲ ਜਿਉਂ ਦੀ ਤਿਉਂ ਰਹਿਣੀ ਹੈ। ਇਸੇ ਦੇ ਨਾਲ ਸੁਖਵਿੰਦਰ ਸਿੰਘ ਜੀ ਗੱਲ ਅਸੀਂ ਅੱਗੇ ਵਧਾਈਏ, ਜਿਹੜੀ ਦੂਜੀ ਖਬਰ ਸਿੱਖ ਜਗਤ ਦੇ ਨਾਲ ਸੰਬੰਧਿਤ, ਅਸੀਂ ਅਕਾਲੀ ਦਲ ਦੇ ਨਾਲ SGPC ਦੇ ਨਾਲ ਸੰਬੰਧਿਤ ਦੇਖਦੇ ਹਾਂ। ਜਿਹੜੀ ਮੀਟਿੰਗ ਬਲਵੰਤ ਸਿੰਘ ਰਾਜੋਆਣਾ ਦੇ ਨਾਲ SGPC ਦੇ ਵਫਦ ਵੱਲੋਂ ਕੀਤੀ ਗਈ ਹੈ, ਤੇ ਜਿਹੜਾ ਫਿਰ ਉਹਦੇ ਤੋਂ ਬਾਅਦ ਇੱਕ ਚਿੱਠੀ ਉਹਨਾਂ ਨੇ ਕੱਢੀ ਹੈ, ਹੁਣ ਸੋਸ਼ਲ ਮੀਡੀਆ ਤੇ ਵੀ ਉਹ ਜਿਹੜੀ ਚਿੱਠੀ ਆ ਉਹ ਸਰਕੂਲੇਟ ਹੋ ਰਹੀ ਹੈ
ਤੇ ਸਿੱਧਾ ਇੱਕ ਨਾਰਾਜ਼ਗੀ ਜ਼ਾਹਰ ਕੀਤੀ ਹੈ ਬਲਵੰਤ ਸਿੰਘ ਰਾਜੋਆਣਾ ਨੇ ਕਿ ਤੁਸੀਂ ਐਸਜੀਪੀਸੀ ਨੇ ਜਿਹੜਾ ਮੇਰਾ ਕੇਸ ਸੀ ਉਹ ਨਹੀਂ ਢੰਗ ਨਾਲ ਪ੍ਰੈਜ਼ੈਂਟ ਕੀਤਾ, ਅਕਾਲੀ ਦਲ ਨੇ ਨਹੀਂ ਢੰਗ ਨਾਲ ਲੀਡ ਕੀਤਾ ਤੇ ਇਹਦਾ ਕੋਈ ਹਜੇ ਤੱਕ ਸੋਲੂਸ਼ਨ ਨਹੀਂ ਨਿਕਲਿਆ। ਸੋ ਇਹਦੇ ਤੋਂ ਬੈਟਰ ਇਹੀ ਹੈ ਕਿ ਮੈਨੂੰ ਤੁਸੀਂ ਮੇਰੇ ਇੱਕ ਪਾਸਾ ਕਰ ਦਿਓ ਤਾਂ ਜੋ ਘੱਟੋ ਘੱਟ ਮੈਂ ਫਾਂਸੀ ਦੇ ਰੱਸੇ ਨੂੰ ਚੁੰਮ ਸਕਾਂ, ਫਾਂਸੀ ਚੜ੍ਹ ਸਕਾਂ। ਸੋ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਓਵਰਆਲ, ਇਹ ਨਾਰਾਜ਼ਗੀ ਬਲਵੰਤ ਸਿੰਘ ਰਾਜੋਆਣਾ ਦੀ ਐਸਜੀਪੀਸੀ ਤੋਂ ਤੇ ਅਕਾਲੀ ਦਲ ਤੋਂ? ਬਿਲਕੁਲ ਜੀ, ਜਿਹੜੀ ਬਲਵੰਤ ਸਿੰਘ ਰਾਜੋਆਣਾ ਦਾ ਜਿਹੜਾ ਅਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਹਮਾਇਤ ਇਲੈਕਸ਼ਨਾਂ ਦੇ ਵਿੱਚ ਕਰਨ ਦੇ ਉਹਨਾਂ ਵੱਲੋਂ ਬਿਆਨ ਆਏ, ਜਿਹਦੇ ਚੱਲਦਿਆਂ ਜਿਹੜੀਆਂ ਪੰਥਕ ਸਫਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਨਿਰਾਸ਼ਾ ਵੀ ਕਾਫ਼ੀ ਹੋਈ ਕਿ ਬਲਵੰਤ ਸਿੰਘ ਰਾਜੋਆਣਾ ਜਿਹੜੇ ਆ ਉਹ ਇਹ ਸਟੈਂਡ ਕਿਵੇਂ ਲੈ ਰਹੇ ਆ। ਤੇ ਕਾਫ਼ੀ ਮਾੜਾ ਚੰਗਾ ਵੀ ਕਈ ਹਲਕਿਆਂ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦੇ ਲਈ ਅਸੀਂ ਪੜ੍ਹਦੇ ਰਹੇ ਹਾਂ ਕਿ ਲਿਖਿਆ ਗਿਆ। ਪਰ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਬਲਵੰਤ ਸਿੰਘ ਰਾਜੋਆਣਾ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ, ਸਿੱਖ ਸੰਘਰਸ਼ ਦੇ ਵਿੱਚ ਆਪਣੇ ਰੋਲ ਦੇ ਚੱਲਦਿਆਂ। ਤੇ ਉਹਨਾਂ ਵੱਲੋਂ ਜਿਹੜਾ ਇਹ ਫੈਸਲਾ ਕੀਤਾ ਗਿਆ, ਜਦੋਂ ਵੀ ਅਸੀਂ ਉਹਨਾਂ ਦੀਆਂ ਸਟੇਟਮੈਂਟਾਂ ਨੂੰ ਪੜ੍ਹਦੇ ਹਾਂ ਤਾਂ ਇੱਕ ਹੁੰਦਾ ਕਿ ਅਸੀਂ ਪਰਸੀਵ ਕਿਵੇਂ ਕਰ ਰਹੇ ਹਾਂ, ਮਸਲਾ ਹੁੰਦਾ ਕਿ ਬੰਦਾ ਕਿਵੇਂ ਕਹਿ ਰਿਹਾ ਹੈ ਗੱਲ। ਤਾਂ ਉਹਨਾਂ ਦੀ ਗੱਲ ਹਮੇਸ਼ਾ ਇਹ ਹੁੰਦੀ ਸੀ ਕਿ ਉਹ ਆਉਂਦੀ ਸੀ ਕਾਂਗਰਸ ਦੇ ਵਿਰੋਧ ਚੋਂ, ਕਿ ਜਿਹੜੀ ਕਾਂਗਰਸ ਆ ਇਹ ਸਿੱਖਾਂ ਦੀ ਕਾਤਲ ਜਮਾਤ ਆ ਤੇ ਉਹ ਕਾਂਗਰਸ ਨੂੰ ਨਹੀਂ ਸੀ ਚਾਹੁੰਦੇ ਕਿ ਕਾਂਗਰਸ ਮਜ਼ਬੂਤ ਹੋਵੇ, ਤੇ ਜਿਹਦੇ ਚੱਲਦਿਆਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਹਨਾਂ ਨੇ ਹਮਾਇਤ ਕੀਤੀ। ਤੇ ਉਹਨਾਂ ਤੱਕ ਜਾਣਕਾਰੀ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਰਸਾਈ ਆ ਕਿੰਨੀ ਆ, ਇਹ ਹੁਣ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ, ਪਰ ਉਹਨਾਂ ਦੀ ਇਹ ਭਾਵਨਾ ਜ਼ਰੂਰ ਮੈਨੂੰ ਜੋ ਲੱਗਦਾ ਕਿ ਹੈਗੀ ਸੀ। ਤੇ ਉਹਦੇ ਵਿੱਚੋਂ ਦੂਜੀ ਗੱਲ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਆ, ਉਹਨੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਜਿਹੜਾ ਇੱਕ ਯੂਜ਼ ਕਰਨ ਦੀ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਘਟੀਆ ਦਰਜੇ ਦੀ ਹਰਕਤ ਸੀ, ਕਿ ਜਿਸ ਤਰ੍ਹਾਂ ਉਹਨਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਜਿਹਦੇ ਚੱਲਦਿਆਂ ਜਿਹੜੀ ਰਹਿਮ ਦੀ ਅਰਜ਼ੀ ਵੀ ਆ, ਤਾਂ ਭਾਈ ਬਲਵੰਤ ਸਿੰਘ ਰਾਜੋਆਣਾ ਇੱਕ ਸੋਵਰੇਨਿਟੀ ਦੀ ਮੂਵਮੈਂਟ ਦੇ ਪ੍ਰਿਜ਼ਨਰ ਨੇ, ਜੁਝਾਰੂ ਜੀ। ਨੇ। ਤਾਂ ਉਹਨਾਂ ਦੇ ਵੱਲੋਂ ਇੱਕ ਸੋਵਰੇਨਿਟੀ ਦੀ ਮੂਵਮੈਂਟ ਜਿਹੜੀ ਚੱਲ ਰਹੀ ਹੋਵੇ ਆਲਰੇਡੀ, ਤੇ ਉਹਦਾ ਕੋਈ ਜੁਝਾਰੂ ਜਿਹੜਾ ਆ ਉਹ ਸਰਕਾਰ ਨੂੰ ਰਹਿਮ ਦੀ ਅਰਜ਼ੀ ਪਾਵੇ, ਤਾਂ ਇਹ ਗੱਲ ਵੈਸੇ ਹੀ ਜਿਹੜੀ ਹਾਜ਼ਮ ਹੋਣ ਤੋਂ ਬਾਹਰ ਆ। ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਦੇ ਵੀ ਉਹ ਰਹਿਮ ਦੀ ਅਪੀਲ ਪਾਉਣ ਦੀ, ਬਲਕਿ ਦਲੀਲ ਵੀ ਅਦਾਲਤ ਦੇ ਵਿੱਚ ਦੇਣ ਦੀ ਉਹਨਾਂ ਨੇ ਕਦੇ ਗੱਲ ਨਹੀਂ ਕੀਤੀ। ਉਹਨਾਂ ਦਾ ਸਟੈਂਡ ਸਪਸ਼ਟ ਸੀ ਕਿ ਮੈਨੂੰ ਫਾਂਸੀ ਚੜਾਇਆ ਜਾਵੇ। ਪਰ ਅਕਾਲੀ ਦਲ ਬਾਦਲ ਨੇ ਆਪਣੀ ਸਿਆਸਤ ਦੇ ਲਈ ਇਹ ਸਾਰਾ ਇੱਕ ਨਾਟਕ ਸਿਰਜਿਆ, ਤੇ ਉਹ ਨਾਟਕ ਸਿਰਜਿਆ ਵੀ ਕੀ, ਸਿਰਫ ਅਖਬਾਰੀ ਬਿਆਨਾਂ ਤੱਕ, ਕੋਈ ਚਾਰਾਜ਼ੋਈ ਕੁਛ ਵੀ ਜਿਹੜਾ ਅਕਾਲੀ ਦਲ ਬਾਦਲ ਵੱਲੋਂ ਨਹੀਂ ਕੀਤਾ ਗਿਆ। ਜਿਹਦਾ ਗੁੱਸਾ ਅੱਜ ਉਹਨਾਂ ਦੀ ਜਿਹੜੀ ਲੈਟਰ ਆ ਭਾਈ ਬਲਵੰਤ ਸਿੰਘ ਰਾਜੋਆਣਾ ਦੀ, ਉਹਦੇ ਵਿੱਚ ਸਪਸ਼ਟ ਹੋ ਰਿਹਾ। ਤੇ ਉਹਨਾਂ ਨੇ ਸਮਾਂ ਦਿੱਤਾ ਹੈ ਕਿ ਨਹੀਂ ਉਹ ਭੁੱਖ ਹੜਤਾਲ ਸ਼ੁਰੂ ਕਰਨਗੇ। ਉਹਨਾਂ ਦਾ ਕਹਿਣਾ ਆ ਕਿ ਮੈਨੂੰ ਜਿਹੜਾ ਆ ਫਾਂਸੀ ਤੇ ਲਟਕਾਇਆ ਜਾਵੇ, ਤੇ ਜਿਹੜੀ ਰਹਿਮ ਦੀ ਅਰਜ਼ੀ ਆ ਉਹ ਬਾਰ-ਬਾਰ ਕਹਿ ਰਹੇ ਨੇ ਕਿ ਉਹ ਵਾਪਸ ਲਈ ਜਾਵੇ ਅਕਾਲੀ ਦਲ ਨੂੰ। ਪਰ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਵਰਤ ਕੇ ਤੁਸੀਂ ਦੇਖੋ ਕਿ ਨਾਟਕ ਹੀ ਖੇਡਿਆ ਕਿ ਅਸੀਂ ਰਹਿਮ ਦੀ ਅਰਜ਼ੀ ਪਾਈ, ਜਦ ਕਿ ਸ਼੍ਰੋਮਣੀ ਅਕਾਲੀ ਦਲ ਜੇ ਸਿੱਖਾਂ ਦੀ ਇੱਕ ਜਮਾਤ ਆ ਜਿਹੜੀ ਕਿ ਕਹਿੰਦੀ ਆ ਕਿ ਅਸੀਂ ਸਰਵੋਤਮ ਜਮਾਤ ਆ, ਸਿੱਖਾਂ ਦੀ ਸਿਆਸੀ ਜਮਾਤ ਆ, ਜਿਹਦੀ 3 ਵਾਰ ਸਰਕਾਰ ਰਹੀ 1995 ਤੋਂ ਬਾਅਦ ਤੇ ਪੰਜਾਬ ਦੇ ਵਿੱਚ, ਤੇ ਸਰਕਾਰ 'ਚ ਰਹਿੰਦੇ ਆ ਕੋਈ ਯਤਨ ਨਹੀਂ ਕੀਤਾ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਉਹ ਕਰਵਾਈ ਜਾ ਸਕੇ। ਬਲਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜੇ ਇਹਨਾਂ ਦੀ ਸਰਕਾਰ ਦੇ ਵਿੱਚ ਕੋਈ ਮੂਵਮੈਂਟਸ ਖੜੀਆਂ ਹੋਈਆਂ ਤਾਂ ਉਹਨੂੰ ਸਨੱਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਤੇ ਇਸ ਤੋਂ ਇਲਾਵਾ ਜਿਸ ਏਜੰਡੇ ਤੇ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਦੀ 1995 ਤੋਂ ਬਾਅਦ ਸਰਕਾਰ ਬਣੀ ਕਿ ਅਸੀਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਿਹੜੀਆਂ ਮਾਵਾਂ ਦੇ ਪੁੱਤ ਪੰਜਾਬ ਦੇ ਸ਼ਹੀਦ ਕੀਤੇ ਗਏ, ਜਿਹੜੇ ਉਹਨਾਂ ਦੇ ਦੋਸ਼ੀ ਪੁਲਿਸ ਵਾਲੇ ਨੇ, ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਜਥੇਦਾਰ ਕੌਂਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸਿੱਖਾਂ ਦੇ ਸਰਵਉੱਚ ਪਰਸਨੈਲਿਟੀ ਜਿਹੜੀ ਆ ਉਹਨੂੰ ਅਗਵਾ ਕਰਕੇ ਤੇ ਲਾਪਤਾ ਕਰ ਦਿੱਤਾ ਗਿਆ। ਉਹਦਾ ਵਾਅਦਾ ਕੀਤਾ ਗਿਆ ਕਿ ਅਸੀਂ ਉਹਦੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ। ਕੋਈ ਜਾਂਚ ਸਿਰੇ ਨਹੀਂ ਚੜੀ, ਕੋਈ ਦੋਸ਼ੀ ਨੂੰ ਸਜ਼ਾ ਨਹੀਂ ਹੋਈ। ਤੇ ਉਸ ਤੋਂ ਇਲਾਵਾ ਕੋਈ ਵੀ ਅਸੀਂ ਕਹਿ ਸਕਦੇ ਕਿ ਜਦੋਂ ਫਿਰ ਜੋ ਬੇਅਦਬੀਆਂ ਦੇ ਰੂਪ 'ਚ ਹੋਇਆ ਉਹ ਗੱਲ ਬਿਲਕੁਲ ਵਿਸ਼ਾ ਵੱਖਰਾ, ਸਾਰੇ ਪੰਥ ਨੂੰ ਪਤਾ। ਪਰ ਜਦੋਂ ਇਹ ਸਰਕਾਰ 'ਚ ਨਹੀਂ ਆ ਤਾਂ ਉਦੋਂ ਵੀ ਜੋ ਇਹ ਕਰ ਰਹੇ ਆ ਜੀ ਰਹਿਮ ਦੀ ਅਰਜ਼ੀ, ਕੋਈ ਮੂਵਮੈਂਟ ਬਿਲਡ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ। ਅਕਾਲੀ ਦਲ ਦਾ ਇਤਿਹਾਸ ਕੀ ਆ, ਜਦੋਂ ਅੰਗਰੇਜ਼ਾਂ ਦੇ ਸਮੇਂ ਜਦੋਂ ਅਕਾਲੀ ਦਲ ਦੀ ਸਥਾਪਨਾ ਹੁੰਦੀ ਆ ਤਾਂ ਅਕਾਲੀ ਦਲ ਡੈਮੋਕ੍ਰੈਟਿਕ ਮੂਵਮੈਂਟਸ ਲੜਨ ਦੀ ਇੱਕ ਵੱਡੀ ਹਿਸਟਰੀ ਹੈ ਸ਼੍ਰੋਮਣੀ ਅਕਾਲੀ ਦਲ ਦੀ। ਵੱਡੇ ਜਥਿਆਂ ਦੇ ਰੂਪ ਦੇ ਵਿੱਚ ਮੋਰਚੇ ਲਾਏ ਗਏ, ਗੁਰਦੁਆਰੇ ਆਜ਼ਾਦ ਕਰਵਾਏ ਗਏ। ਬੰਦੀ ਸਿੰਘਾਂ ਦੀ ਆਜ਼ਾਦੀ ਦੇ ਲਈ ਕਿਹੜਾ ਮੋਰਚਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲਾਇਆ?
ਇਹ ਸਵਾਲ ਪੰਜਾਬ ਦੇ ਲੋਕ ਇਹਨਾਂ ਨੂੰ ਕਰਦੇ ਆ। ਮਸਲਾ ਕੀ ਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਸਮਝਦਾ ਆ ਕਿ ਜਿਹੜੇ ਲੋਕ ਨੇ, ਕਿ ਲੋਕਾਂ ਨੇ ਸਾਡਾ ਬਦਲ ਜਿਹੜਾ ਆ, ਸਾਡਾ ਵੋਟ ਬੈਂਕ ਸ਼ਿਫਟ ਹੋਇਆ ਆਮ ਆਦਮੀ ਪਾਰਟੀ ਵੱਲ, ਤੇ ਆਮ ਆਦਮੀ ਪਾਰਟੀ ਨੇ ਵੀ ਜੋ ਕਰਤੂਤਾਂ ਪੰਜਾਬ 'ਚ ਖਿਲਾਰੀਆਂ ਨੇ ਉਹ ਅੱਜ ਜਗ ਜ਼ਾਹਰ ਨੇ। ਤੇ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਲੋਕ ਫੇਰ ਮੁੜ ਘਿੜ ਕੇ ਜਿਹੜਾ ਆ, ਵੀ ਜਿਵੇਂ ਉਹ ਸਿਆਣੇ ਕਹਿੰਦੇ ਹੁੰਦੇ ਆ ਵੀ ਇਹ ਤਾਂ ਖੋਤੀ ਸਮਝਦੇ ਆ, ਵੀ ਗਧੀ ਸਮਝਦੇ ਆ ਪੰਜਾਬ ਦੇ ਲੋਕਾਂ ਨੂੰ, ਵੀ ਖੋਤੀ ਬੋਹੜ ਥੱਲੇ ਆਊਗੀ। ਤਾਂ ਉਹੀ ਗੱਲ ਇਹ ਬਾਰ-ਬਾਰ ਕਹਿੰਦੇ ਆ ਬਾਦਲ ਹੋਰੀ ਕਿ ਲੋਕ ਫੇਰ ਸਾਡੇ ਕੋਲੇ ਆਉਣਗੇ। ਭਾਵੇਂ ਲੱਖ ਇਹਨਾਂ ਨੇ ਪੰਜਾਬ ਦੇ ਲੋਕਾਂ ਤੇ ਜ਼ੁਲਮ ਕੀਤੇ, ਭਾਵੇਂ ਜੋ ਜਿਵੇਂ ਦਾ ਰੋਲ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ 'ਚ ਰਿਹਾ, ਜਿਵੇਂ ਜਸਪਾਲ ਸਿੰਘ ਚੋਰ ਸਿੱਧਵਾਂ, ਜਦੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਮਸਲਾ ਸੀ 2012 'ਚ, ਜਸਪਾਲ ਸਿੰਘ ਚੋਰ ਸਿੱਧਵਾਂ ਨੌਜਵਾਨ ਜਿਹੜਾ ਆ, ਇਹਨਾਂ ਦੀ ਸਰਕਾਰ ਦੇ ਵਿੱਚ ਪੁਲਿਸ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ, ਤੇ ਜਿਸ ਤਰ੍ਹਾਂ ਹੋਰ ਅਨੇਕਾਂ ਜਿਹੜੇ ਸਿੱਖ ਨੌਜਵਾਨ ਨੇ ਸ਼ਹੀਦ ਕੀਤੇ। ਤਾਂ ਕੀ ਲੋਕ ਉਹਨਾਂ ਗੱਲਾਂ ਨੂੰ ਭੁੱਲ ਜਾਣਗੇ? ਪਰ ਇਹਨਾਂ ਨੂੰ ਇੱਕ ਵਹਿਮ ਆ, ਇਹਨਾਂ ਦੀ ਹੁਣ ਸਿਆਸਤ ਸਾਰੀ ਉਸੇ ਗੱਲ ਤੇ ਚੱਲ ਰਹੀ ਹੈ, ਜਿਹਦੇ ਚੱਲਦਿਆਂ ਇਹ ਸ਼੍ਰੋਮਣੀ ਕਮੇਟੀ ਨੂੰ ਵਰਤ ਰਹੇ ਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵਰਤ ਰਹੇ ਆ, ਅਕਾਲ ਤਖਤ ਸਾਹਿਬ ਨੂੰ ਵਰਤ ਰਹੇ ਆ ਕਿ ਅਸੀਂ ਦੁਬਾਰਾ ਇਹ ਗੱਲ ਸਿੱਖਾਂ ਨੂੰ ਜਚਾ ਦਈਏ ਕਿ ਅਸੀਂ ਪੰਥਕ ਹਾਂ। ਤੇ ਉਹਦੇ ਲਈ ਫਿਰ ਇੱਕ ਸੌਖਾ ਜਿਹਾ ਰਾਹ ਬਿਆਨਾਂ ਵਾਲਾ, ਕਦੇ ਰਹਿਮ ਦੀ ਅਰਜ਼ੀ ਵਾਲਾ ਉਹ ਫੜਿਆ। ਪਰ ਉਹ ਹੁਣ ਜਿਹੜੀ ਗੱਲ ਬਲਵੰਤ ਸਿੰਘ ਰਾਜੋਆਣਾ ਅੱਜ ਕਹਿ ਰਹੇ ਆ, ਉਹ ਗੱਲ ਉਹਨਾਂ ਦੇ ਗੱਲ ਅੱਜ ਨਿਕਲੀ ਆ ਕਿ ਜਿਹੜੀ ਇਹ ਸਪਸ਼ਟ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ, ਬਾਕੀ ਬੰਦੀ ਸਿੰਘਾਂ ਨੂੰ ਤਾਂ ਆਪਾਂ ਛੱਡੀਏ ਪਾਸੇ, ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੀ ਜਿਹੜੀ ਘਟੀਆ ਸਿਆਸਤ ਆ ਉਹਦੇ ਲਈ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ। ਤੇ ਹੁਣ ਜਿਹੜਾ ਕਹਿੰਦੇ ਹੁੰਦੇ ਨਾ ਵੀ ਇੱਕ ਬੰਦੇ ਦਾ ਸਬਰ ਦਾ ਪਿਆਲਾ ਭਰ ਜਾਂਦਾ ਆ, ਤੇ ਅੱਜ ਉਹਨਾਂ ਨੇ ਫਿਰ ਜਿਵੇਂ ਦਾ ਗੁੱਸਾ ਪ੍ਰਗਟ ਕੀਤਾ ਆ ਉਹ ਸਾਰੇ ਪੰਥ ਦੇ ਸਾਹਮਣੇ ਆ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਸਿੱਖ ਹੁਣ ਇਹ ਗੱਲ ਸਮਝ ਚੁੱਕੇ ਆ ਕਿ ਤੁਸੀਂ ਜਿਹੜੀ ਪੰਥਕ ਲੈਗੇਸੀ ਆ ਸ਼੍ਰੋਮਣੀ ਅਕਾਲੀ ਦਲ ਦੀ, ਤੁਸੀਂ ਹੁਣ ਉਹਦੇ ਦਾਅਵੇਦਾਰ ਨਹੀਂ। ਤੇ ਤੁਹਾਡੀਆਂ ਜਿਹੜੀਆਂ ਇਹ ਸਾਜ਼ਿਸ਼ਾਂ ਨੇ, ਇਹ ਕਦੇ ਵੀ ਤੁਹਾਡੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਸਾਫ਼ ਨਹੀਂ ਕਰ ਸਕਦੀਆਂ। ਬਲਕਿ ਜੇ ਤੁਸੀਂ ਚਾਹੁੰਦੇ ਹੋ, ਗੁਰੂ ਬਖਸ਼ਣਹਾਰ ਆ, ਪੰਥ ਬਖਸ਼ਣਹਾਰ ਆ, ਸੱਜਣ ਠੱਗ ਵਰਗੇ ਗੁਰੂ ਨੇ ਬਖਸ਼ੇ ਆ, ਪਰ ਉਹ ਦਿਲੋਂ ਜਿਹੜਾ ਆ ਬੰਦੇ ਨੂੰ ਬਖਸ਼ਿਸ਼ ਦਾ ਜਾਂ ਮਾਫ਼ੀ ਦਾ ਪਾਤਰ ਬਣਨਾ ਪੈਂਦਾ ਆ। ਤੇ ਕੋਈ ਵੱਡੀ ਜਿਹੜੀ ਕੁਰਬਾਨੀ ਆ ਉਹ ਹੁਣ ਬਾਦਲ ਪਰਿਵਾਰ ਕਰੇ, ਫਿਰ ਪੰਥ ਜਿਹੜਾ ਆ ਹੋ ਸਕਦਾ ਵੀ ਇਹਨਾਂ ਨੂੰ ਕਹੇ ਵੀ ਹਾਂ ਇਹ ਮੁੜ ਕੇ ਪੰਥ ਦੇ ਦਰ ਤੇ ਆਏ ਆ ਜਾਂ ਪੰਥ ਦੇ ਘੇਰੇ ਵਿੱਚ ਆਏ ਆ। ਪਰ ਇਹੋ ਜਿਹੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਲੋਕ ਬੇਵਕੂਫ ਨਹੀਂ, ਖਾਸ ਤੌਰ ਤੇ ਸਿੱਖਾਂ ਨੇ ਤਾਂ ਬੜਾ ਕੁਛ ਹੰਢਾ ਲਿਆ ਆ, ਬੜਾ ਕੁਛ ਆਪਣੇ ਪਿੰਡੇ ਤੇ ਜਰ ਲਿਆ ਆ। ਜਿਹੜੀ ਕੌਮ ਨਸਲਕੁਸ਼ੀ ਪਿੰਡੇ ਤੇ ਜਰ ਗਈ ਹੋਵੇ ਉਹ ਠੀਕ ਆ, ਸਮੇਂ ਦੇ ਨਾਲ ਬਹਾ ਦੇ ਵਿੱਚ ਲੋਕ ਚੱਲਦੇ ਨੇ, ਪਰ ਉਹ ਬੇਵਕੂਫ ਨਹੀਂ ਹੁੰਦੇ। ਤਾਂ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਮਝਣੀ ਚਾਹੀਦੀ ਹੈ। ਜੀ ਬਿਲਕੁਲ ਨਹੀਂ, ਇਸ ਗੱਲ ਤੋਂ ਨਹੀਂ ਮੁਨਕਰ ਹੋਇਆ ਜਾ ਸਕਦਾ ਕਿ ਬਾਦਲ ਦਲ, ਅਕਾਲੀ ਦਲ ਬਾਦਲ ਕੰਪਲੀਟਲੀ ਫੇਲ ਹੋਇਆ ਇਸ ਸਾਰੇ ਮਾਮਲੇ ਦੇ ਵਿੱਚ। ਜਦੋਂ ਇਹ ਇਸ਼ੂ ਚੱਕਿਆ ਜਾਣਾ ਚਾਹੀਦਾ ਸੀ ਉਦੋਂ ਇਹਨਾਂ ਦੀ ਭਾਈਵਾਲੀ ਸੀਗੀ ਭਾਜਪਾ ਦੇ ਨਾਲ, ਕੇਂਦਰ ਦੇ ਵਿੱਚ ਉੱਠਣਾ ਬੈਠਣਾ ਸੀਗਾ। ਉਹ ਟਾਈਮ ਸੀ ਜਦੋਂ ਇਹ ਇਸ਼ੂਜ਼ ਚੁੱਕੇ ਜਾਣੇ ਚਾਹੀਦੇ ਸੀ ਤੇ ਇਹਨਾਂ ਦਾ ਕੋਈ ਹੱਲ ਹੋ ਸਕਦਾ ਸੀ। ਅੱਜ ਤੇ ਅਕਾਲੀ ਦਲ ਦੀ ਹਾਲਤ ਇਸ ਕਿਸਮ ਦੀ ਹੈ ਕਿ ਜਦੋਂ ਤੋਂ ਅਕਾਲੀ ਦਲ ਹੋਂਦ ਦੇ ਵਿੱਚ ਆਇਆ ਉਦੋਂ ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਖਲੋਤਾ ਆ, ਤੇ ਵੋਟ ਬੈਂਕ ਜਿਹੜਾ ਆ ਉਹ ਆਪੋਜੀਸ਼ਨ ਵੀ ਨਾ ਹੋ ਕੇ ਤੀਜੇ ਚੌਥੇ ਨੰਬਰ ਤੇ ਜਿਹੜੀ ਹੈ ਉਹ ਗੱਲ ਚਲੀ ਗਈ ਹੈ। ਤੇ ਅਕਾਲੀ ਦਲ ਦੀ ਅੱਜ ਜੇ ਅਕਾਲੀ ਦਲ ਚਾਹੇ ਵੀ, ਅਕਾਲੀ ਦਲ ਦੀ ਕਾਲ ਦੇ ਉੱਤੇ ਇਸ ਕਿਸਮ ਦੀ ਸਿਚੁਏਸ਼ਨ ਹੈ ਵੀ ਬੰਦੇ ਇਕੱਠੇ ਨਹੀਂ ਹੋਣੇ ਤੇ ਉਹਨਾਂ ਵੱਲੋਂ ਜਿਹੜਾ ਸੰਘਰਸ਼ ਹੈ ਉਹ ਵੀ ਨਹੀਂ ਸ਼ੁਰੂ ਕੀਤਾ ਜਾ ਸਕਦਾ ਜਿਹੜਾ ਕਿ ਅਕਾਲੀ ਦਲ ਦਾ ਆਪਣਾ ਇਤਿਹਾਸ ਰਿਹਾ ਹੈ। ਇਸ ਕਿਸਮ ਦੀ ਸਿਚੁਏਸ਼ਨ ਹੈ। ਸੋ ਇੱਕ ਵੱਡਾ ਸਵਾਲ ਜਿਹੜਾ ਆ ਉਹ ਅਕਾਲੀ ਦਲ ਦੇ ਲਈ ਅੱਜ ਦੀ ਡੇਟ ਦੇ ਵਿੱਚ ਖੜਾ ਹੋ ਗਿਆ ਹੈ, ਜਾਂ ਵੱਡੀ ਇੱਕ ਸਿਚੁਏਸ਼ਨ ਬਣ ਗਈ ਹੈ ਜਿਹਦੇ ਵਿੱਚੋਂ ਅਕਾਲੀ ਦਲ ਕਿਵੇਂ ਨਿਕਲਦਾ ਇਹ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਪਿਆ ਹੋਇਆ, ਤੇ ਜਾਂ ਇਹ ਸਿਚੁਏਸ਼ਨ ਹੋਰ ਅੱਗੇ ਕਿਵੇਂ ਡਿਵੈਲਪ ਹੁੰਦੀ ਹੈ ਇਸ ਦੇ ਬਾਬਤ। ਸੋ ਅੱਜ ਦੇ ਸ਼ੋਅ ਦੇ ਵਿੱਚ ਮੈਂ ਸਮਝਦਾ ਵੀ ਅਸੀਂ, ਸਾਡਾ ਸਮਾਂ ਨਹੀਂ ਇਜਾਜ਼ਤ ਹੋਰ ਦਿੰਦਾ ਸੀ ਗੱਲਬਾਤ ਨੂੰ ਅੱਗੇ ਤੋਰੀਏ। ਨਵੀਂ ਡਿਵੈਲਪਮੈਂਟਸ ਦੇ ਨਾਲ, ਨਵੀਆਂ ਖਬਰਾਂ ਦੇ ਨਾਲ ਦੁਬਾਰਾ ਫੇਰ ਰਾਬਤਾ ਕਰਾਂਗੇ ਸਾਡੇ ਦਰਸ਼ਕਾਂ ਦੇ ਨਾਲ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।